ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਪ੍ਰੋਗਰਾਮ ਖਬਰਨਾਮਾ ਲੈ ਕੇ ਮੈਂ ਸੁਰਭੀ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਜੀ। ਆ ਪ੍ਰੋਗਰਾਮ ਦੇ ਵਿੱਚ ਖਾਸ ਗੱਲ ਕਰਾਂਗੇ ਅੱਜ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਦਾ ਬਿਗ ਬਿਊਟੀਫੁਲ ਬਿੱਲ ਦੇ ਬਾਰੇ, ਐਲੋਨ ਮਸਕ ਦੇ ਰਾਸ਼ਟਰਪਤੀ ਬਣਨ ਦੇ ਬਾਰੇ। ਇਸ ਨਾਲ ਹੀ ਕੁਝ ਐਸੇ ਦੇਸ਼ ਜੋ ਤੁਹਾਨੂੰ ਦੇ ਰਹੇ ਨੇ ਫ੍ਰੀ ਦੇ ਵਿੱਚ ਆਉਣ ਦਾ ਮੌਕਾ ਜਾਂ ਰਹਿਣ ਦਾ ਮੌਕਾ। ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਦ ਵਨ ਬਿਗ ਬਿਊਟੀਫੁਲ ਬਿੱਲ ਦੇ ਬਾਰੇ, ਜੋ ਕਿ ਡੋਨਾਲਡ ਟਰੰਪ ਦੇ ਵੱਲੋਂ ਪਾਸ ਕਰ ਦਿੱਤਾ ਗਿਆ ਔਰ ਇਸ ਉੱਤੇ ਦਸਤਖਤ ਕਰ ਦਿੱਤੇ ਗਏ ਨੇ। ਅਮਰੀਕੀ ਸਦਨ ਦੇ ਵਿੱਚ ਇਸ ਬਿੱਲ ਨੂੰ ਪਾਸ ਕੀਤਾ ਗਿਆ ਹੈ। ਇਸ ਬਿੱਲ ਤੋਂ ਬਾਅਦ ਬਹੁਤ ਸਾਰੀਆਂ ਚਿੰਤਾਵਾਂ ਵੀ ਪੈਦਾ ਹੋ ਰਹੀਆਂ ਨੇ, ਪਰ ਕਿਤੇ ਨਾ ਕਿਤੇ ਡੋਨਾਲਡ ਟਰੰਪ ਦਾ ਇਹ ਕਹਿਣਾ ਕਿ ਇਹ ਬਿੱਲ ਇੱਕ ਫਾਇਦੇਮੰਦ ਬਿੱਲ ਹੈ ਤੇ ਅਮਰੀਕੀਆਂ ਨੂੰ, ਯਾਨੀ ਜੋ ਅਮਰੀਕਨਸ ਨੇ, ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਦੇਗਾ। ਉਹਨਾਂ ਦੀ ਸੁਰੱਖਿਆ ਦੇ ਲਈ ਇਹ ਬਿੱਲ ਨੂੰ ਪਾਸ ਕੀਤਾ ਗਿਆ। ਹੋਰ ਵੀ ਬਹੁਤ ਸਾਰੇ ਰੀਜ਼ਨ ਨੇ, ਜਿਵੇਂ ਵਿੱਚ ਇਮੀਗ੍ਰੇਸ਼ਨ ਦਾ ਰੀਜ਼ਨ ਵੀ ਸ਼ਾਮਲ ਹੁੰਦਾ ਹੈ। ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਬਿੱਲ ਦੇ ਨਾਲ ਕਿਤੇ ਨਾ ਕਿਤੇ ਭਾਰਤੀਆਂ ਦੇ ਉੱਤੇ $360 ਮਿਲੀਅਨ ਦਾ ਬੋਝ ਪਏਗਾ। ਹੁਣ ਇਹ ਬੋਝ ਕਿਵੇਂ ਪਏਗਾ, ਇਸ ਬਾਰੇ ਅਸੀਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਦੱਸਵਾਂ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਗ ਬਿਊਟੀਫੁਲ ਬਿੱਲ ਪ੍ਰਵਾਸੀ ਭਾਰਤੀਆਂ ਉੱਤੇ ਅੰਦਾਜ਼ਨ $360 ਮਿਲੀਅਨ ਦਾ ਸਾਲਾਨਾ ਬੋਝ ਪਾ ਸਕਦਾ ਹੈ। ਟਰੰਪ ਦੇ ਦਸਤਖਤ ਮਗਰੋਂ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰ ਚੁੱਕਿਆ ਹੈ ਅਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਲੋਕਾਂ ਨੂੰ ਆਪਣੇ ਜੱਦੀ ਮੁਲਕ ਰਕਮ ਭੇਜਣ ਤੇ 1% ਟੈਕਸ ਦੇਣਾ ਹੋਵੇਗਾ। ਪਹਿਲਾ ਟੈਕਸ 5% ਦਾ ਸੀਗਾ, ਦੈਨ ਇਸ ਤੋਂ ਬਾਅਦ ਇਸ ਟੈਕਸ ਨੂੰ 1% ਕਰ ਦਿੱਤਾ ਗਿਆ। ਜੀ ਹਾਂ, ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵਸਦੇ ਭਾਰਤੀ ਹਰ ਸਾਲ $130 ਅਰਬ ਤੋਂ ਵੱਧ ਰਕਮ ਆਪਣੇ ਜੱਦੀ ਮੁਲਕ ਭੇਜਦੇ ਹਨ ਅਤੇ ਇਸ ਰਕਮ ਦਾ 28% ਹਿੱਸਾ ਅਮਰੀਕਾ ਤੋਂ ਆਉਂਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਟਰੰਪ ਸਰਕਾਰ ਨੇ ਮੁੱਢਲੇ ਤੌਰ ਤੇ ਪ੍ਰਵਾਸੀਆਂ ਵੱਲੋਂ ਆਪਣੀ ਜੱਦੀ ਮੁਲਕ ਭੇਜੀ ਜਾਣ ਵਾਲੀ ਰਕਮ ਤੇ 5% ਟੈਕਸ ਲਾਉਣ ਦੀ ਯੋਜਨਾ ਬਣਾਈ, ਪਰ ਸੈਨੇਟ ਅਤੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਵਿੱਚ ਹੋਈਆਂ ਸੋਧਾਂ ਦੇ ਦੌਰਾਨ ਟੈਕਸ ਦਰ ਘਟਾ ਕੇ 1% ਕਰ ਦਿੱਤਾ ਗਿਆ। ਟੈਕਸ ਦਰ 5% ਹੀ ਰਹਿੰਦੀ ਤਾਂ ਪ੍ਰਵਾਸੀ ਭਾਰਤੀਆਂ ਨੂੰ ਹਰ ਸਾਲ $180 ਕਰੋੜ ਦਾ ਆਰਥਿਕ ਬੋਝ ਬਰਦਾਸ਼ਤ ਕਰਨਾ ਪੈਣਾ ਸੀ, ਜੋ ਕਿ ਬਹੁਤ ਜ਼ਿਆਦਾ ਸੀਗਾ। ਇਸ ਦੇ ਨਾਲ ਜੋ ਲੋਕ ਆਪਣੇ ਮੁਲਕ ਨੂੰ, ਜੱਦੀ ਮੁਲਕਾਂ ਨੂੰ ਪੈਸੇ ਭੇਜਦੇ ਸੀ, ਉਸ ਵਿੱਚ ਵੀ ਕਮੀ ਆ ਸਕਦੀ ਸੀ, ਕਿਤੇ ਨਾ ਕਿਤੇ ਰਕਮ ਵੀ ਘਟ ਸਕਦੀ ਸੀ। ਪਰ ਇਸ ਦੇ ਨਾਲ ਤੁਹਾਨੂੰ ਇੱਕ ਗੱਲ ਖਾਸ ਇਹ ਦੱਸਵਾਂ ਕਿ ਸਭ ਤੋਂ ਜ਼ਿਆਦਾ ਪੈਸੇ ਭੇਜਣ ਵਾਲਾ ਦੇਸ਼ ਜੋ ਹੈ ਉਹ ਭਾਰਤ ਬਣਿਆ, ਯਾਨੀ ਕਿ ਜੋ ਇੰਡੀਅਨਸ ਨੇ ਉਹ ਸਭ ਤੋਂ ਜ਼ਿਆਦਾ ਪੈਸੇ ਭੇਜਣ ਵਾਲਿਆਂ ਵਿੱਚੋਂ ਆਏ ਨੇ। ਸਭ ਤੋਂ ਜ਼ਿਆਦਾ ਰੈਮਿਟੈਂਸ ਇੰਡੀਅਨਸ ਨੇ ਜੋ ਵਿਦੇਸ਼ਾਂ ਤੋਂ ਬੈਠ ਕੇ ਪੈਸੇ ਭੇਜਦੇ ਨੇ ਇੰਡੀਆ ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਪੈਸਾ ਅਮਰੀਕਾ ਦੇ ਵਿੱਚੋਂ ਆਇਆ, ਜਿਸ ਵਿੱਚ ਇੰਡੀਅਨਸ ਪਹਿਲੇ ਨੰਬਰ ਤੇ ਨੇ। ਅਮਰੀਕਾ ਦੇ ਵਿੱਚ ਤਕਰੀਬਨ 45 ਲੱਖ ਭਾਰਤੀ ਵਸਦੇ ਹਨ ਅਤੇ ਇਹਨਾਂ ਵਿੱਚੋਂ 32 ਲੱਖ ਅਕਸਰ ਹੀ ਆਪਣੇ ਜੱਦੀ ਮੁਲਕ ਆਪਣੀ ਹੈਸੀਅਤ ਦੇ ਮੁਤਾਬਕ ਰਕਮ ਭੇਜਦੇ ਹਨ। ਨਵਾਂ ਟੈਕਸ ਗ੍ਰੀਨ ਕਾਰਡ ਧਾਰਕਾਂ, H1B ਵੀਜ਼ਾ ਹੋਲਡਰਸ, ਇੰਟਰਨੈਸ਼ਨਲ ਸਟੂਡੈਂਟਸ ਅਤੇ ਕੱਚੇ ਤੌਰ ਤੇ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਉੱਤੇ ਲਾਗੂ ਹੋਵੇਗਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬੈਂਕਾਂ ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ਜਾਂ ਅਮਰੀਕਾ ਵਿੱਚ ਜਾਰੀ ਕੀਤੇ ਗਏ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦਿਆਂ ਭੇਜੀ ਜਾਣ ਵਾਲੀ ਰਕਮ ਨੂੰ ਟੈਕਸ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਗਿਆ। ਅਮਰੀਕਾ ਦੇ ਖਜ਼ਾਨਾ ਵਿਭਾਗ ਤੋਂ ਮਾਨਤਾ ਪ੍ਰਾਪਤ ਸੇਵਾਵਾਂ ਦੀ ਵਰਤੋਂ ਕਰਨ ਤੇ ਵੀ ਟੈਕਸ ਰਾਹਤ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਵਾਂ ਟੈਕਸ 1 ਜਨਵਰੀ 2026 ਤੋਂ ਲਾਗੂ ਹੋਵੇਗਾ। ਉਸ ਤੋਂ ਪਹਿਲਾਂ ਇਸ ਉੱਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਜਿਸ ਤਰੀਕੇ ਨਾਲ ਪਹਿਲਾਂ ਪੈਸੇ ਭੇਜੇ ਜਾਂਦੇ ਨੇ, ਉਸੇ ਤਰੀਕੇ ਨਾਲ ਪੈਸੇ ਭੇਜੇ ਜਾਣਗੇ। ਪਰ ਜਦੋਂ ਪਹਿਲਾਂ 5% ਟੈਕਸ ਲਗਾਉਣ ਦੀ ਗੱਲ ਕਹੀ ਗਈ ਸੀ, ਉਦੋਂ ਇਸਨੇ ਕਿਤੇ ਨਾ ਕਿਤੇ ਪ੍ਰਵਾਸੀਆਂ ਦੀ ਚਿੰਤਾ ਵਧਾ ਦਿੱਤੀ ਸੀ, ਪਰ ਇਹ 1% ਟੈਕਸ ਨਾਲ ਕਿਤੇ ਨਾ ਕਿਤੇ ਚਿੰਤਾ ਘਟੀ ਹੈ, ਪਰ ਬੋਝ ਹਲੇ ਵੀ ਥੋੜਾ ਬਹੁਤ ਹੈ। ਉਧਰ ਟਰੰਪ ਵੱਲੋਂ ਬਿਗ ਬਿਊਟੀਫੁਲ ਨੂੰ ਅਮਰੀਕਾ ਵਾਸੀਆਂ ਲਈ ਬੇहद ਫਾਇਦੇਮੰਦ ਦੱਸਿਆ ਜਾ ਰਿਹਾ, ਜਿਸ ਨਾਲ ਲੋਕਾਂ ਨੂੰ ਘੱਟ ਟੈਕਸ ਦੇਣਾ ਹੋਵੇਗਾ। ਪਰ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਇਹ ਆਖ ਚੁੱਕੇ ਹਨ ਕਿ ਨਵਾਂ ਕਾਨੂੰਨ ਅਮਰੀਕਾ ਵਿੱਚੋਂ ਲੱਖਾਂ ਨੌਕਰੀਆਂ ਖਤਮ ਕਰ ਦੇਵੇਗਾ। ਐਲੋਨ ਮਸਕ ਜੋ ਸ਼ੁਰੂ ਤੋਂ ਹੀ ਇਸ ਬਿੱਲ ਦੇ ਖਿਲਾਫ ਨੇ, ਜਦੋਂ ਤੋਂ ਡੋਨਾਲਡ ਟਰੰਪ ਨੇ ਇਸ ਬਿੱਲ ਦੇ ਐਲਾਨ ਬਾਰੇ ਗੱਲ ਕੀਤੀ ਹੈ ਜਾਂ ਇਸ ਬਿੱਲ ਨੂੰ ਪੇਸ਼ ਕਰਨ ਦੀ ਗੱਲ ਕੀਤੀ ਸੀ, ਉਦੋਂ ਤੋਂ ਹੀ ਐਲੋਨ ਮਸਕ ਇਸ ਬਿੱਲ ਨੂੰ ਨਹੀਂ ਲੈ ਕੇ ਆਉਣਾ ਚਾਹੁੰਦੇ ਸੀ। ਇਸ ਬਿੱਲ ਦੇ ਖਿਲਾਫ ਉਹ ਬੋਲਦੇ ਆਏ ਨੇ। ਇਹੀ ਵਜ੍ਹਾ ਸੀ ਕਿ ਉਹਨਾਂ ਨੇ ਟਰੰਪ ਦੇ ਨਾਲ ਆਪਣੀ ਦੋਸਤੀ ਵੀ ਤੋੜ ਦਿੱਤੀ। ਈਵਨ ਕਿ ਉਹਨਾਂ ਵੱਲੋਂ ਦਿੱਤਾ ਗਿਆ ਵਿਭਾਗ ਡੋਜ਼, ਉਸਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਮਸਕ ਨੇ ਕਿਹਾ ਕਿ ਮੁਲਕ ਨੂੰ ਰਣਨੀਤਿਕ ਤੌਰ ਤੇ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਬਿੱਲ ਨਾਲ। ਮਸਕ ਨੇ ਦਲੀਲ ਦਿੱਤੀ ਕਿ ਨਵਾਂ ਕਾਨੂੰਨ ਪੁਰਾਣੇ ਉਦਯੋਗਾਂ ਨੂੰ ਤਾਂ ਰਿਆਇਤਾਂ ਮੁਹੱਈਆ ਕਰਵਾਉਂਦਾ ਹੈ, ਪਰ ਭਵਿੱਖ ਦੇ ਉਦਯੋਗ ਨੂੰ ਤਬਾਹ ਕਰ ਦੇਵੇਗਾ। ਮਸਕ ਦੀਆਂ ਦਲੀਲਾਂ ਨਾਲ ਡੈਮੋਕ੍ਰੈਟਿਕ ਪਾਰਟੀ ਹੀ ਨਹੀਂ, ਸਗੋਂ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਆਗੂ ਵੀ ਸਹਿਮਤ ਨਜ਼ਰ ਆਏ। ਸੈਨੇਟ ਵਿੱਚ ਬਿੱਲ ਤੇ VOTING ਦੌਰਾਨ 50 ਵੋਟਾਂ ਪਈਆਂ ਅਤੇ ਅੰਤ ਵਿੱਚ ਉਪ ਰਾਸ਼ਟਰਪਤੀ JD ਵੈਂਸ ਦੀ ਵੋਟ ਨਾਲ ਬਿੱਲ ਪਾਸ ਹੋ ਗਿਆ।
ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਵੀ ਰਿਪਬਲਿਕਨ ਪਾਰਟੀ ਦੇ ਕਈ ਮੈਂਬਰ VOTING ਦੌਰਾਨ ਗੈਰ ਹਾਜ਼ਰ ਹੋ ਗਏ ਅਤੇ ਬਿੱਲ ਅਧਵਾਟੇ ਲਟ ਗਿਆ। ਪਰ ਨਵੇਂ ਸਿਰੇ ਤੋਂ ਹੋਈ VOTING ਦੌਰਾਨ ਸੱਤਾਧਾਰੀ ਰਿਪਬਲਿਕਨ ਪਾਰਟੀ 4 ਵੋਟਾਂ ਦੇ ਫਰਕ ਨਾਲ ਬਿੱਲ ਪਾਸ ਕਰਵਾਉਣ ਵਿੱਚ ਸਫਲ ਰਹੀ ਅਤੇ ਬਿੱਲ ਪਾਸ ਹੋ ਗਿਆ, ਜੋ ਕਿ ਅਗਲੇ ਸਾਲ ਨੂੰ ਲਾਗੂ ਹੋ ਜਾਏਗਾ। ਬਿੱਲ ਦੇ ਵਿਰੋਧੀਆਂ ਦਾ ਇਹ ਕਹਿਣਾ ਹੈ ਕਿ ਖਰਚਿਆਂ ਵਿੱਚ ਕਟੌਤੀ ਦੇ ਨਾਂ ਤੇ ਲੋਕ ਭਲਾਈ ਵਾਲੀਆਂ ਕਈ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ, ਜਦਕਿ ਅਮਰੀਕਾ ਸਿਰ ਕਰਜ਼ੇ ਦੀ ਪੰਡ ਹੋਰ ਵਜ਼ਨੀ ਹੋ ਜਾਵੇਗੀ। ਲੋਕ ਭਲਾਈ ਵਾਲੀ ਯੋਜਨਾਵਾਂ ਦੇ ਵਿੱਚ ਬਹੁਤ ਸਾਰੀ ਯੋਜਨਾਵਾਂ ਨੇ, ਜਿਵੇਂ ਸਿਹਤ ਬੀਮਾ ਹੋ ਗਿਆ ਅਤੇ ਹੋਰ ਵੀ ਬਹੁਤ ਸਾਰੀ ਯੋਜਨਾਵਾਂ ਜਿਨ੍ਹਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਪੈ ਸਕਦਾ ਹੈ। ਇਸ ਦੇ ਨਾਲ ਭਾਰਤ ਦੇ ਉੱਤੇ ਵੀ ਇਸਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਪਏਗਾ। ਅਮਰੀਕਾ ਦੇ ਵਿੱਚ ਰਾਜਨੀਤੀ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ, ਯਾਨੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਪਾਰਟੀ ਨੇ ਆਪਣਾ ਕਦਮ ਜੋ ਅਜਮਾ ਲਏ ਨੇ, ਪਰ ਇਹ ਪਾਰਟੀ ਕਦੋਂ ਤੱਕ ਅੱਗੇ ਵਧੇਗੀ ਇਹ ਹਲੇ ਦੇਖਣਾ ਬਾਕੀ ਹੈ। ਫਿਲਹਾਲ ਤਾਂ ਇਹ ਪਾਰਟੀ ਹਲੇ ਐਲਾਨੀ ਗਈ ਹੈ, ਜਿਸਦਾ ਨਾਮ ਹੈ ਅਮਰੀਕਾ ਪਾਰਟੀ, ਜੋ ਹੈ ਐਲੋਨ ਮਸਕ ਦੀ। ਜੀ ਹਾਂ, ਐਲੋਨ ਮਸਕ ਨੇ ਰਾਜਨੀਤੀ ਵਿੱਚ ਐਂਟਰੀ ਕਰ ਲਈ ਹੈ। ਫਿਲਹਾਲ ਜਦੋਂ ਉਹ ਡੋਨਾਲਡ ਟਰੰਪ ਦੇ ਨਾਲ ਸੀ, ਉਦੋਂ ਵੀ ਉਹਨਾਂ ਨੇ ਰਾਜਨੀਤੀ ਨੂੰ ਲੈ ਕੇ ਕਾਫੀ ਜ਼ਿਆਦਾ ਆਪਣੇ ਵਿਚਾਰ ਸਾਂਝੇ ਕੀਤੇ ਸੀ, ਪਰ ਉਦੋਂ ਤੱਕ ਇਹ ਉਮੀਦ ਨਹੀਂ ਜਤਾਈ ਜਾ ਰਹੀ ਸੀ ਕਿ ਕਦੀ ਐਲੋਨ ਮਸਕ ਆਪਣੀ ਪਾਰਟੀ ਦਾ ਐਲਾਨ ਵੀ ਕਰ ਸਕਦੇ ਨੇ, ਕਿਉਂਕਿ ਟਰੰਪ ਤੇ ਐਲੋਨ ਮਸਕ ਦੀ ਦੋਸਤੀ ਕੁਝ ਹੀ ਐਸੀ ਸੀ ਜਿਸ ਨੂੰ ਦੇਖ ਕੇ ਇੰਜ ਲੱਗਦਾ ਸੀ ਕਿ ਕਦੀ ਇਹਨਾਂ ਦੀ ਦੋਸਤੀ ਨਹੀਂ ਟੁੱਟ ਸਕਦੀ। ਐਲੋਨ ਮਸਕ ਨੇ ਟਰੰਪ ਦੇ ਕਾਫੀ ਜ਼ਿਆਦਾ ਫਾਇਦਾ ਵੀ ਪਹੁੰਚਾਇਆ ਸੀਗਾ। ਚੋਣ ਰੈਲੀ ਦੌਰਾਨ ਉਹਨਾਂ ਨੇ ਕਾਫੀ ਜ਼ਿਆਦਾ ਖਰਚਾ ਵੀ ਕੀਤਾ ਸੀਗਾ। ਸੋ ਨਵੀਂ ਪਾਰਟੀ ਦਾ ਐਲਾਨ ਹੁਣ ਐਲੋਨ ਮਸਕ ਨੇ ਕਰ ਦਿੱਤਾ ਹੈ। ਇਸ ਵਿੱਚ ਦੱਸਾਂਗੀ ਕਿ ਐਲੋਨ ਮਸਕ ਨੇ ਨਵੀਂ ਪਾਰਟੀ ਦਾ ਐਲਾਨ ਤਾਂ ਕੀਤਾ, ਪਰ ਹੁਣ ਜਿਹੜਾ ਸਵਾਲ ਇਹ ਉੱਠਦਾ ਹੈ ਕਿ ਉਹ ਰਾਸ਼ਟਰਪਤੀ ਬਣ ਸਕਣਗੇ ਕਿ ਨਹੀਂ ਬਣ ਸਕਣਗੇ। ਫਿਲਹਾਲ ਜਿਵੇਂ ਆਪਾਂ ਦੇਖੀਏ ਤਾਂ ਅਮਰੀਕਾ ਦੇ ਵਿੱਚ 2 ਪਾਰਟੀਆਂ ਸਰਗਰਮ ਰਹੀਆਂ ਨੇ ਸ਼ੁਰੂ ਤੋਂ, ਅਤੇ ਇਸ ਤੋਂ ਇਲਾਵਾ ਜੋ ਬਾਕੀ ਪਾਰਟੀਆਂ ਨੇ ਉਹਨਾਂ ਬਾਰੇ ਕਦੀ ਜ਼ਿਕਰ ਹੀ ਨਹੀਂ ਹੋਇਆ। ਅਗਰ ਜ਼ਿਕਰ ਵੀ ਹੋਇਆ ਹੋਏਗਾ ਤਾਂ ਕਾਫੀ ਲੰਬੇ ਸਮੇਂ ਲਈ ਨਹੀਂ ਰਹੀਆਂ। ਹਮੇਸ਼ਾ ਮੁਕਾਬਲਾ 2 ਪਾਰਟੀਆਂ ਵਿੱਚ ਹੋਇਆ, ਇੱਕ ਪਾਰਟੀ ਡੈਮੋਕ੍ਰੈਟਿਕ ਪਾਰਟੀ, ਦੂਸਰੀ ਰਿਪਬਲਿਕਨ ਪਾਰਟੀ। ਪਰ ਹੁਣ ਐਲੋਨ ਮਸਕ ਨੇ ਆਪਣੀ ਅਮਰੀਕਾ ਪਾਰਟੀ ਬਣਾਈ ਹੈ। ਅਮਰੀਕਾ ਪਾਰਟੀ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ। ਬਹੁਤ ਸਾਰੇ ਸਵਾਲ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿਸ ਵਿੱਚ ਸਭ ਤੋਂ ਬੜਾ ਸਵਾਲ ਤਾਂ ਇਹੀ ਪੈਦਾ ਹੋ ਰਿਹਾ ਹੈ ਕਿ ਐਲੋਨ ਮਸਕ ਰਾਸ਼ਟਰਪਤੀ ਬਣਨਗੇ ਕਿ ਨਹੀਂ ਬਣਨਗੇ। ਸੋ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਉਦਯੋਗਪਤੀ ਐਲੋਨ ਮਸਕ ਨੇ ਆਪਣੀ ਰਾਜਨੀਤਿਕ ਪਾਰਟੀ ਬਣਾਉਣ ਦਾ ਐਲਾਨ ਤਾਂ ਕਰ ਦਿੱਤਾ ਹੈ। ਐਲੋਨ ਮਸਕ, ਜਿਸਨੇ ਕੁਝ ਮਹੀਨੇ ਪਹਿਲਾਂ ਤੱਕ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਹੁਣ ਇੱਕ ਨਵੀਂ ਰਾਜਨੀਤਿਕ ਪਾਰਟੀ ਕਿਉਂ ਬਣਾਉਣਾ ਚਾਹੁੰਦਾ ਹੈ? ਇਸ ਪਿੱਛੇ ਸਭ ਤੋਂ ਵੱਡਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਵੱਡਾ ਸੁੰਦਰ ਬਿੱਲ, ਯਾਨੀ ਬਿਗ ਬਿਊਟੀਫੁਲ ਬਿੱਲ ਹੈ, ਜਿਸ ਨੂੰ ਅਮਰੀਕੀ ਸੰਸਦ ਨੇ ਪਾਸ ਕਰ ਦਿੱਤਾ ਹੈ। ਇਸ ਬਿਗ ਬਿਊਟੀਫੁਲ ਬਿੱਲ ਨੂੰ ਟੈਕਸ ਛੋਟ ਅਤੇ ਖਰਚ ਘਟਾਉਣ ਬਿੱਲ ਵਜੋਂ ਜਾਣਿਆ ਜਾਂਦਾ ਹੈ, ਯਾਨੀ ਕਿ ਬਿੱਲ ਜੋ ਹੈ ਖਰਚਾ ਘਟਾਏਗਾ ਤੇ ਟੈਕਸ ਛੋਟ ਦੇਵੇਗਾ। ਮਸਕ ਨੇ ਕਿਹਾ ਕਿ ਬਿਗ ਬਿਊਟੀਫੁਲ ਬਿੱਲ ਦੇ ਕਾਰਨ ਅਮਰੀਕਾ ਕਰਜ਼ੇ ਦੀ ਦਲਦਲ ਵਿੱਚ ਹੋਰ ਫਸ ਜਾਵੇਗਾ। ਇਸ ਬਿੱਲ ਵਿੱਚ ਟੈਸਲਾ ਵਰਗੀਆਂ ਕੰਪਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਇਲੈਕਟ੍ਰਿਕ ਵਾਹਨ ਅਤੇ ਹਰੀ ਊਰਜਾ ਸਬਸਿਡੀਆਂ ਖਤਮ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਮਸਕ ਦੀਆਂ ਕੰਪਨੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਮਸਕ ਦਾ ਮੰਨਣਾ ਹੈ ਕਿ ਇਹ ਬਿੱਲ ਪ੍ਰਦੂਸ਼ਣ ਫੈਲਾਉਣ ਵਾਲੇ ਜੈਵਿਕ ਬਾਲਣ ਅਤੇ ਨਿਰਮਾਣ ਉਦਯੋਗਾਂ ਨੂੰ ਲਾਭ ਪਹੁੰਚਾ ਰਿਹਾ ਹੈ, ਜਦਕਿ ਟੈਕਨੋਲੋਜੀ ਅਤੇ ਨਵੀਨਤਾ ਖੇਤਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇੰਨਾ ਹੀ ਨਹੀਂ, ਟੈਸਲਾ ਦੇ CEO ਨੇ ਧਮਕੀ ਦਿੱਤੀ ਹੈ ਕਿ ਉਹ ਇਸ ਬਿੱਲ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਵਿਰੁੱਧ ਮੁੱਖ ਚੁਣੌਤੀ ਵਿੱਚ ਦਾਖਲ ਹੋਣਗੇ। ਭਾਵੇਂ ਮਸਕ ਨੇ ਆਪਣੀ ਨਵੀਂ ਪਾਰਟੀ ਦਾ ਏਜੰਡਾ ਦੁਨੀਆ ਨਾਲ ਸਾਂਝਾ ਨਹੀਂ ਕੀਤਾ, ਪਰ ਉਸਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸਾਡੀ ਪਾਰਟੀ ਰਾਜਨੀਤਿਕ ਆਜ਼ਾਦੀ ਅਤੇ ਪ੍ਰਣਾਲੀ ਦੀ ਆਜ਼ਾਦੀ ਬਾਰੇ ਗੱਲ ਕਰੇਗੀ। ਇਸ ਦੇ ਨਾਲ ਹੀ ਪਾਰਟੀ ਟੈਕਸ ਦਾਤਾਵਾਂ ਦੇ ਪੈਸੇ ਦੀ ਵਰਤੋਂ ਸ਼ਾਸਨ ਕੁਸ਼ਲਤਾ ਅਤੇ ਟੈਕਨੋਲੋਜੀ ਆਧਾਰਿਤ ਸ਼ਾਸਨ ਤੇ ਧਿਆਨ ਕੇਂਦਰਿਤ ਕਰੇਗੀ। ਮਸਕ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸ ਉੱਤੇ ਟਰੰਪ ਨੇ ਕਿਹਾ ਕਿ ਜਦੋਂ ਅਸੀਂ ਇਲੈਕਟ੍ਰਿਕ ਵਾਹਨਾਂ ਦੀ ਲਾਜ਼ਮੀ ਖਰੀਦ ਦੇ ਕਾਨੂੰਨ ਨੂੰ ਘਟਾਉਣ ਬਾਰੇ ਗੱਲ ਕੀਤੀ ਤਾਂ ਮਸਕ ਨੂੰ ਸਮੱਸਿਆਵਾਂ ਹੋਣ ਲੱਗ ਪਈਆਂ। ਉਹਨਾਂ ਨੇ ਕਿਹਾ ਕਿ ਉਹ ਮਸਕ ਤੋਂ ਬਹੁਤ ਨਿਰਾਸ਼ ਹਨ ਤੇ ਉਹ ਉਸ ਦੀ ਬਹੁਤ ਮਦਦ ਉਹਨਾਂ ਨੇ ਕੀਤੀ ਸੀ। ਇਸ ਤੋਂ ਬਾਅਦ ਮਸਕ ਨੇ ਟਰੰਪ ਨੂੰ ਨਾਸ਼ੁਕਰ ਵੀ ਕਿਹਾ। ਮਸਕ ਨੇ ਇਹ ਵੀ ਕਿਹਾ ਕਿ ਜੇਕਰ ਉਸਨੇ ਮਦਦ ਨਾ ਕੀਤੀ ਹੁੰਦੀ ਤਾਂ ਟਰੰਪ ਰਾਸ਼ਟਰਪਤੀ ਚੋਣ ਹਾਰ ਜਾਂਦੇ। ਇੰਨਾ ਹੀ ਨਹੀਂ, ਉਸਨੇ ਟਰੰਪ ਤੇ ਮਹਾਦੋਸ਼ ਲਾਉਣ ਦੀ ਗੱਲ ਵੀ ਕੀਤੀ। ਉਧਰ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਮਸਕ ਨੇ ਟਰੰਪ ਨੂੰ ਰਾਸ਼ਟਰਪਤੀ ਬਣਾਉਣ ਦੇ ਲਈ ਲਗਭਗ 2500 ਕਰੋੜ ਰੁਪਏ ਖਰਚ ਕੀਤੇ। ਟਰੰਪ ਨੇ ਚੋਣ ਜਿੱਤਣ ਤੋਂ ਬਾਅਦ ਮਸਕ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਵੀ ਦਿੱਤੀ। ਇਸ ਦੇ ਨਾਲ ਹੀ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਯਾਨੀ ਡੋਜ਼ ਦਾ ਮੁਖੀ ਵੀ ਬਣਾਇਆ ਗਿਆ। ਇਸ ਸਮੇਂ ਦੌਰਾਨ ਤਾਂ ਐਸਾ ਹੀ ਲੱਗਦਾ ਸੀ ਕਿ ਡੋਨਾਲਡ ਟਰੰਪ ਤੇ ਮਸਕ ਕਦੀ ਅਲੱਗ ਨਹੀਂ ਹੋ ਸਕਦੇ। ਦੋਨਾਂ ਦੀ ਦੋਸਤੀ ਬਹੁਤ ਗਹਿਰੀ ਹੈ। ਦੋਨਾਂ ਨੇ ਹਰ ਕਿਸੇ ਦਾ ਸਪੋਰਟ ਹਰ ਜਗ੍ਹਾ ਕੀਤਾ, ਪਰ ਇੱਕਦਮ ਹੀ ਇਸ ਬਿੱਲ ਨੂੰ ਲੈ ਕੇ ਜਦੋਂ ਇਹ ਬਿੱਲ ਦਾ ਐਲਾਨ ਹੋਇਆ, ਇਹਨਾਂ ਦੋਨਾਂ ਦੇ ਵਿੱਚ ਇੰਨੀ ਵੱਡੀ ਤਕਰਾਰ ਆ ਗਈ ਕਿ ਅੱਜ ਐਲੋਨ ਮਸਕ ਨੇ ਆਪਣੀ ਹੀ ਪਾਰਟੀ ਦਾ ਐਲਾਨ ਕਰ ਦਿੱਤਾ।
ਇਹ ਵਿਭਾਗ ਇਸ ਲਈ ਬਣਾਇਆ ਗਿਆ ਸੀ ਤਾਂ ਜੋ ਅਮਰੀਕਾ ਵਿੱਚ ਫਿਜ਼ੂਲ ਸਰਕਾਰੀ ਖਰਚਿਆਂ ਨੂੰ ਰੋਕਿਆ ਜਾ ਸਕੇ। ਡੋਜ਼ ਦਾ ਵਿਭਾਗ ਜੋ ਬਣਾਇਆ ਗਿਆ ਸੀਗਾ, ਜਿਸ ਦੀ ਜ਼ਿੰਮੇਵਾਰੀ ਐਲੋਨ ਮਸਕ ਦੀ ਸੀਗੀ, ਪਰ ਐਲੋਨ ਮਸਕ ਨੇ ਕੁਝ ਸਮੇਂ ਬਾਅਦ ਇਸ ਤੋਂ ਅਸਤੀਫਾ ਦੇ ਦਿੱਤਾ। ਹੁਣ ਸਵਾਲ ਇਹ ਹੈ ਕਿ ਐਲੋਨ ਮਸਕ ਸਾਲ 2028 ਦੇ ਵਿੱਚ ਰਾਸ਼ਟਰਪਤੀ ਚੋਣ ਲੜਨਗੇ ਜਾਂ ਨਹੀਂ ਲੜਨਗੇ। ਕਾਫੀ ਜ਼ਿਆਦਾ ਲੋਕਾਂ ਦਾ ਇਹ ਸਵਾਲ ਹੁਣ ਉੱਭਰ ਕੇ ਸਾਹਮਣੇ ਆ ਰਿਹਾ ਹੈ। ਸੋਸ਼ਲ ਮੀਡੀਆ ਤੇ ਉਪਭੋਗਤਾਵਾਂ ਨੇ ਮਸਕ ਨੂੰ ਪੁੱਛਿਆ ਕਿ ਕੀ ਉਹਨਾਂ ਦੀ ਪਾਰਟੀ ਮੱਧਕਾਲੀ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਏਗੀ, ਜਿਸ ਦਾ ਜਵਾਬ ਉਹਨਾਂ ਨੇ ਹਾਂ ਦੇ ਵਿੱਚ ਦਿੱਤਾ। ਮਸਕ ਨੇ ਕਿਹਾ ਕਿ ਜੀ ਹਾਂ, ਉਹਨਾਂ ਦੀ ਪਾਰਟੀ ਅਗਲੇ ਸਾਲ ਮੱਧਕਾਲੀ ਚੋਣਾਂ ਵਿੱਚ ਸਰਗਰਮ ਰਹੇਗੀ। ਮਸਕ ਨੇ ਇਹ ਵੀ ਕਿਹਾ ਕਿ ਹੁਣ ਲਈ ਉਹਨਾਂ ਦੀ ਪਾਰਟੀ ਕਾਂਗਰਸ ਅਤੇ ਸੈਨੇਟ ਦੀਆਂ ਚੁਣੀਆਂ ਗਈਆਂ ਸੀਟਾਂ ਲਈ ਉਮੀਦਵਾਰਾਂ ਦਾ ਸਮਰਥਨ ਕਰੇਗੀ। ਦਰਅਸਲ ਅਮਰੀਕੀ ਸੰਵਿਧਾਨ ਦੇ ਅਨੁਸਾਰ ਕੋਈ ਵੀ ਵਿਅਕਤੀ ਜੋ ਅਮਰੀਕਾ ਵਿੱਚ ਪੈਦਾ ਹੋਇਆ ਹੈ, ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਸਕਦਾ ਹੈ। ਇਸ ਗੱਲ ਤੋਂ ਸਾਫ਼ ਹੈ ਕਿ ਅਗਰ ਕੋਈ ਵਿਅਕਤੀ ਅਮਰੀਕਾ ਵਿੱਚ ਪੈਦਾ ਨਹੀਂ ਹੋਇਆ ਤੇ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਲੋਨ ਮਸਕ ਜੋ ਅਮਰੀਕਾ ਵਿੱਚ ਪੈਦਾ ਨਹੀਂ ਹੋਏ ਨੇ ਤੇ ਉਹ ਇਸ ਚੋਣ ਨੂੰ ਨਹੀਂ ਲੜ ਸਕਦੇ, ਯਾਨੀ ਰਾਸ਼ਟਰਪਤੀ ਚੋਣ ਦੇ ਨਹੀਂ ਲੜ ਸਕਦੇ। ਐਲੋਨ ਮਸਕ ਦਾ ਜਨਮ ਦੱਖਣੀ ਅਫਰੀਕਾ ਦੇ ਵਿੱਚ ਹੋਇਆ ਸੀ। ਮਸਕ ਪਹਿਲਾਂ ਹੀ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਉਹਨਾਂ ਦੀ ਦਾਦੀ ਇੱਕ ਅਮਰੀਕੀ ਨਾਗਰਿਕ ਸੀ, ਪਰ ਉਸਦਾ ਜਨਮ ਦੱਖਣੀ ਅਫਰੀਕਾ ਵਿੱਚ ਹੋਇਆ, ਇਸ ਲਈ ਉਹ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦੇ। ਉਸ ਨੂੰ ਸਾਲ 2002 ਵਿੱਚ ਅਮਰੀਕੀ ਨਾਗਰਿਕਤਾ ਤਾਂ ਮਿਲ ਗਈ ਸੀ, ਪਰ ਫਿਰ ਵੀ ਇਸ ਨਾਗਰਿਕਤਾ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਹ ਉਹਨਾਂ ਨੂੰ ਰਾਸ਼ਟਰਪਤੀ ਨਹੀਂ ਬਣਾ ਸਕਦੇ। ਉਸਨੇ 2024 ਵਿੱਚ ਪੁਸ਼ਟੀ ਕੀਤੀ ਸੀ ਕਿ ਉਹ ਆਪਣੇ ਅਫਰੀਕੀ ਜਨਮ ਕਾਰਨ ਰਾਸ਼ਟਰਪਤੀ ਨਹੀਂ ਬਣ ਸਕਦੇ। ਭਾਵੇਂ ਅਮਰੀਕਾ ਵਿੱਚ ਬਹੁ ਪਾਰਟੀ ਪ੍ਰਣਾਲੀ ਹੈ, ਰਿਫਾਰਮ ਪਾਰਟੀ, ਲਿਬਰਟੇਰੀਅਨ ਪਾਰਟੀ, ਸੋਸ਼ਲਿਸਟ ਪਾਰਟੀ, ਨੈਚੁਰਲ ਲਾਅ ਪਾਰਟੀ, ਕੰਸਟੀਟਿਊਸ਼ਨਸ ਪਾਰਟੀ ਅਤੇ ਗ੍ਰੀਨ ਪਾਰਟੀ ਵਰਗੀਆਂ ਪਾਰਟੀਆਂ ਵੀ ਚੋਣਾਂ ਲੜਦੀਆਂ ਰਹੀਆਂ ਹਨ, ਪਰ ਅਮਰੀਕਾ ਦੀ ਆਜ਼ਾਦੀ ਤੋਂ ਬਾਅਦ ਸਿਰਫ ਦੋ ਪਾਰਟੀਆਂ ਨੇ ਦੇਸ਼ ਤੇ ਦਬਦਬਾ ਬਣਾਈ ਰੱਖਿਆ, ਜਿਨ੍ਹਾਂ ਵਿੱਚੋਂ ਇੱਕ ਪਾਰਟੀ ਹੈ ਰਿਪਬਲਿਕਨ ਪਾਰਟੀ, ਦੂਸਰੀ ਹੈ ਡੈਮੋਕ੍ਰੈਟਿਕ ਪਾਰਟੀ। ਇਹਨਾਂ ਦੋਨਾਂ ਪਾਰਟੀਆਂ ਨੇ ਹਮੇਸ਼ਾ ਦੇਸ਼ ਦੀ ਰਾਜਨੀਤੀ ਤੇ ਦਬਦਬਾ ਬਣਾਏ ਰੱਖਿਆ। ਦੋਵਾਂ ਪਾਰਟੀਆਂ ਦੇ ਵਿਚਕਾਰ ਸੱਤਾ ਤਬਦੀਲੀ ਹੋਈ। ਅਮਰੀਕਾ ਵਿੱਚ ਛੋਟੀਆਂ ਪਾਰਟੀਆਂ ਲਈ ਚੋਣਾਂ ਲੜਨਾ ਇੰਨਾ ਆਸਾਨ ਨਹੀਂ ਹੈ। ਅਗਰ ਐਲੋਨ ਮਸਕ ਵੀ ਆਪਣੀ ਪਾਰਟੀ ਦੇ ਥਰੂ ਚੋਣ ਲੜਦੇ ਨੇ ਤੇ ਇਹ ਉਹਨਾਂ ਲਈ ਈਜ਼ੀ ਨਹੀਂ ਹੋਏਗਾ। ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਏਗਾ ਕਿਉਂਕਿ ਦੋ ਸਟਰੋਂਗ ਪਾਰਟੀਆਂ ਉਹਨਾਂ ਦੇ ਅੱਗੇ ਖੜੀਆਂ ਨੇ। ਇਸ ਕਰਕੇ ਤੀਸਰੀ ਪਾਰਟੀ ਨੂੰ ਕਾਫੀ ਜ਼ਿਆਦਾ ਮੁਸ਼ੱਕਤ ਕਰਨੀ ਪੈਂਦੀ ਹੈ। ਦਰਅਸਲ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਆਮ ਚੋਣ ਬੈਲਟ ਤੇ ਆਪੋ ਆਪਣੇ ਸ਼ਾਮਲ ਹੋ ਜਾਂਦੇ ਨੇ, ਯਾਨੀ ਕਿ ਆਪਣੇ ਆਪ ਉਸ ਵਿੱਚ ਸ਼ਾਮਲ ਹੋ ਜਾਂਦੇ ਨੇ, ਪਰ ਛੋਟੀਆਂ ਪਾਰਟੀਆਂ ਨੂੰ ਆਪਣਾ ਨਾਮ ਬੈਲਟ ਤੇ ਪਾਉਣ ਲਈ ਕਾਫੀ ਗਿਣਤੀ ਵਿੱਚ ਰਜਿਸਟਰਡ ਵੋਟਰਾਂ ਦੇ ਦਸਤਖਤ ਦੀ ਲੋੜ ਹੁੰਦੀ ਹੈ। ਇਹ ਇੱਕ ਬਹੁਤ ਮਹਿੰਗਾ ਪ੍ਰਕਿਰਿਆ ਵੀ ਹੈ। ਦੂਜੇ ਪਾਸੇ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰਾਂ ਨੂੰ ਆਮ ਚੋਣਾਂ ਲਈ ਪੂਰੀ ਸੰਘੀ ਵਿੱਤੀ ਸਹਾਇਤਾ ਮਿਲਦੀ ਹੈ, ਪਰ ਇੱਕ ਛੋਟੀ ਪਾਰਟੀ ਨੂੰ ਇਸ ਸੰਘੀ ਫੰਡ ਦਾ ਹਿੱਸਾ ਤਾਂ ਹੀ ਮਿਲੇਗਾ ਜੇਕਰ ਉਸਦੇ ਉਮੀਦਵਾਰ ਨੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਵਿੱਚ 5% ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਭਾਵੇਂ ਛੋਟੀ ਪਾਰਟੀਆਂ ਦੇ ਉਮੀਦਵਾਰਾਂ ਲਈ ਰਾਸ਼ਟਰਪਤੀ ਬਣਨਾ ਬਹੁਤ ਮੁਸ਼ਕਿਲ ਹੈ, ਪਰ ਇਹ ਪਾਰਟੀਆਂ ਕਈ ਵਾਰ ਗੇਮ ਚੇਂਜਰ ਸਾਬਤ ਵੀ ਹੋਈਆਂ ਨੇ, ਜਿਨ੍ਹਾਂ ਨੇ ਕਾਫੀ ਜ਼ਿਆਦਾ ਵੱਡਾ ਬਦਲਾਅ ਵੀ ਲੈ ਕੇ ਆਉਂਦਾ ਸੀ। ਫਿਲਹਾਲ ਇਹ ਪਾਰਟੀ ਤਾਂ ਨਹੀਂ ਜਿੱਤ ਸਕੀਆਂ, ਪਰ ਕਾਫੀ ਵਾਰ ਇਹ ਗੇਮ ਚੇਂਜਰ ਸਾਬਤ ਹੋਈਆਂ ਨੇ। ਜੀ ਹਾਂ, ਹੁਣ ਗੱਲ ਕਰਦੇ ਹਾਂ ਜੀ ਗੋਲਡਨ ਵੀਜ਼ਾ ਦੇ। ਇੱਕ ਗੋਲਡਨ ਵੀਜ਼ਾ ਅਮਰੀਕਾ ਵਿੱਚ ਹੈ, ਇੱਕ ਗੋਲਡਨ ਵੀਜ਼ਾ UAE ਵਿੱਚ ਹੈ। ਅਮਰੀਕਾ ਦਾ ਗੋਲਡਨ ਵੀਜ਼ਾ ਹਾਸਲ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਸ ਦੀ ਰਕਮ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਮਹਿੰਗਾ ਹੈ, ਪਰ UAE ਨੇ ਆਪਣਾ ਗੋਲਡਨ ਵੀਜ਼ਾ ਜਾਰੀ ਕਰਕੇ ਭਾਰਤੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ, ਜਿਸ ਕਰਕੇ ਹੁਣ ਭਾਰਤੀਆਂ ਲਈ UAE ਵਿੱਚ ਰਹਿਣਾ ਬਹੁਤ ਸੌਖਾ ਹੋ ਗਿਆ ਕਿਉਂਕਿ ਗੋਲਡਨ ਵੀਜ਼ਾ ਪ੍ਰਾਪਤ ਕਰਨਾ ਹੁਣ UAE ਵਿੱਚ ਆਸਾਨ ਹੈ, ਖਾਸ ਤੌਰ ਤੇ ਇੰਡੀਅਨਸ ਵਾਸਤੇ। ਸੰਯੁਕਤ ਅਰਬ ਅਮੀਰਾਤ ਯਾਨੀ ਕਿ UAE ਸਰਕਾਰ ਨੇ ਇੱਕ ਨਵੀਂ ਕਿਸਮ ਦਾ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ, ਜੋ ਕੁਝ ਸ਼ਰਤਾਂ ਦੇ ਨਾਲ ਨਾਮਜ਼ਦਗੀ ਉੱਤੇ ਆਧਾਰਿਤ ਹੋਵੇਗਾ। ਯਾਨੀ ਕਿ ਇਸ ਵੀਜ਼ਾ ਦੇ ਨਾਲ ਤੁਸੀਂ ਦੁਬਈ ਦੇ ਵਿੱਚ ਰਹਿ ਸਕਦੇ ਹੋ, ਆਪਣੇ ਪਰਿਵਾਰ ਦੇ ਨਾਲ ਰਹਿ ਸਕਦੇ ਹੋ, ਪਰ ਕੁਝ ਸ਼ਰਤਾਂ ਹੋਣਗੀਆਂ ਜਿਨ੍ਹਾਂ ਨੂੰ ਤੁਹਾਨੂੰ ਮੰਨਣਾ ਪਏਗਾ। ਇਸ ਨਾਲ ਹੁਣ ਤੱਕ ਭਾਰਤ ਤੋਂ ਦੁਬਈ ਦਾ ਗੋਲਡਨ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਜਾਇਦਾਦ ਵਿੱਚ ਨਿਵੇਸ਼ ਕਰਨਾ ਸੀ, ਜਿਸ ਦੀ ਕੀਮਤ ਘੱਟੋ ਘੱਟ 20 ਲੱਖ AED ਯਾਨੀ ਕਿ 4 ਕਰੋੜ 66 ਲੱਖ ਰੁਪਏ ਹੋਣੀ ਚਾਹੀਦੀ ਹੈ, ਜਾਂ ਦੇਸ਼ ਵਿੱਚ ਕਾਰੋਬਾਰ ਵਿੱਚ ਵੱਡੀ ਰਕਮ ਦਾ ਨਿਵੇਸ਼ ਕਰਨਾ ਸੀ। ਪਹਿਲਾਂ ਇਹ ਤਰੀਕਾ ਹੁੰਦਾ ਸੀ। ਲਾਭਪਾਤਰੀਆਂ ਅਤੇ ਇਸ ਪ੍ਰਕਿਰਿਆ ਦੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਨਵੀਂ ਨਾਮਜ਼ਦਗੀ ਆਧਾਰਿਤ ਵੀਜ਼ਾ ਨੀਤੀ ਦੇ ਤਹਿਤ ਭਾਰਤੀ ਹੁਣ 1 ਲੱਖ AED ਯਾਨੀ ਲਗਭਗ 23 ਲੱਖ 30 ਹਜ਼ਾਰ ਰੁਪਏ ਦੀ ਫੀਸ ਦੇ ਕੇ ਜੀਵਨ ਭਰ ਦੇ ਲਈ UAE ਦੇ ਗੋਲਡਨ ਵੀਜ਼ਾ ਦਾ ਆਨੰਦ ਲੈ ਸਕਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ 5000 ਤੋਂ ਵੱਧ ਭਾਰਤੀ 3 ਮਹੀਨਿਆਂ ਵਿੱਚ ਇਸ ਨਾਮਜ਼ਦਗੀ ਆਧਾਰਿਤ ਵੀਜ਼ਾ ਲਈ ਅਰਜ਼ੀ ਦੇਣਗੇ। ਭਾਰਤ ਅਤੇ ਬੰਗਲਾਦੇਸ਼ ਨੂੰ ਇਸ ਵੀਜ਼ਾ ਦੀ ਟੈਸਟਿੰਗ ਦੇ ਲਈ ਪਹਿਲੇ ਪੜਾਅ ਲਈ ਚੁਣਿਆ ਗਿਆ ਹੈ, ਜੋ ਕਿ ਭਾਰਤ ਲਈ ਬਹੁਤ ਹੀ ਚੰਗੀ ਗੱਲ ਹੈ ਅਤੇ ਭਾਰਤ ਵਿੱਚ ਨਾਮਜ਼ਦਗੀ ਆਧਾਰਿਤ 골ਡਨ ਵੀਜ਼ਾ ਦੇ ਸ਼ੁਰੂਆਤੀ ਰੂਪ ਦੀ ਜਾਂਚ ਕਰਨ ਲਈ ਰਿਆਦ ਗਰੁੱਪ ਨਾਮ ਦੀ ਇੱਕ ਸਲਾਹਕਾਰ ਦੀ ਚੋਣ ਕੀਤੀ ਗਈ ਹੈ। ਰਿਆਦ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਿਆਦ ਕਮਲ ਅਯੂਬ ਨੇ ਇਸ ਬਾਰੇ ਕਿਹਾ ਕਿ ਭਾਰਤੀਆਂ ਲਈ UAE ਦਾ 골ਡਨ ਵੀਜ਼ਾ ਪ੍ਰਾਪਤ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਉਹਨਾਂ ਨੇ ਕਿਹਾ, ਜਦੋਂ ਵੀ ਕੋਈ ਬਿਨੇਕਾਰ ਇਸ 골ਡਨ ਵੀਜ਼ਾ ਲਈ ਅਰਜ਼ੀ ਦਿੰਦਾ ਹੈ ਤਾਂ ਅਸੀਂ ਪਹਿਲਾਂ ਉਸ ਦੇ ਪਿਛੋਕੜ ਦੀ ਜਾਂਚ ਕਰਾਂਗੇ, ਜਿਸ ਵਿੱਚ ਮਨੀ ਲਾਂਡਰਿੰਗ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਦੇ ਨਾਲ-ਨਾਲ ਉਹਨਾਂ ਦਾ ਸੋਸ਼ਲ ਮੀਡੀਆ ਵੀ ਸ਼ਾਮਲ ਹੋਵੇਗਾ। ਸੋ ਇਹ ਕੁਝ ਲਾਜ਼ਮੀ ਚੀਜ਼ਾਂ ਨੇ ਜੋ ਹੋਣਗੀਆਂ, ਕਿਉਂਕਿ ਉਹਨਾਂ ਲੋਕਾਂ ਦੇ ਨਾਲ ਖਤਰਾ ਪੈਦਾ ਹੋ ਸਕਦਾ ਹੈ ਕਿਸੇ ਵੀ ਦੇਸ਼ ਨੂੰ ਜੋ ਅਪਰਾਧ ਨਾਲ ਜੁੜੇ ਹੋਣਗੇ ਜਾਂ ਕੋਈ ਘੁਟਾਲੇ ਵਿੱਚ ਸ਼ਾਮਲ ਹੋਣਗੇ ਜਾਂ ਜਿਨ੍ਹਾਂ ਦੇ ਉੱਪਰ ਕੋਈ ਨਾ ਕੋਈ ਕੇਸ ਹੋਏਗਾ। ਉਹਨਾਂ ਲੋਕਾਂ ਨੂੰ ਇਹ ਵੀਜ਼ਾ ਨਹੀਂ ਮਿਲ ਪਾਏਗਾ। 골ਡਨ ਵੀਜ਼ੇ ਦਾ ਹੱਕਦਾਰ ਸਿਰਫ ਉਹੀ ਹੋਏਗਾ ਜਿਨ੍ਹਾਂ ਦੇ ਪਿੱਛੇ ਕੋਈ ਵੀ ਐਸਾ ਰਿਕਾਰਡ ਸ਼ਾਮਲ ਨਹੀਂ ਹੋਏਗਾ, ਜਿਨ੍ਹਾਂ ਦੇ ਪਿੱਛੇ ਪੂਰੀ ਕਲੀਅਰੈਂਸ ਹੋਏਗੀ, ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਕੀਤੀ ਜਾਏਗੀ। ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ 골ਡਨ ਵੀਜ਼ਾ ਮਿਲੇਗਾ। ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵੀ ਸੇਮ ਹੈ, ਉੱਥੇ ਵੀ ਤੁਹਾਨੂੰ 골ਡਨ ਵੀਜ਼ਾ ਮਿਲੇਗਾ ਔਰ ਤੁਹਾਡੀ ਜਾਂਚ ਕੀਤੀ ਜਾਏਗੀ ਪਹਿਲਾਂ। 골ਡਨ ਵੀਜ਼ਾ ਲੈਣ ਤੋਂ ਬਾਅਦ ਤੁਸੀਂ ਅਮਰੀਕਾ ਵਿੱਚ ਰਹਿ ਸਕਦੇ ਹੋ, ਤੁਹਾਨੂੰ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਹੈ, ਪਰ ਇਹ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਜਿਵੇਂ ਪਹਿਲਾਂ ਉਹ ਕਹਿੰਦੇ ਆ ਰਹੇ ਨੇ ਕਿ ਪੂਰੀ ਗਾਰੰਟੀ ਨਹੀਂ ਦਿੰਦੀ ਕਿ ਤੁਸੀਂ ਉੱਥੇ ਪੱਕੇ ਹੋ ਸਕਦੇ ਹੋ, ਯਾਨੀ ਕਿ ਪੱਕੇ ਨਾਗਰਿਕ ਬਣ ਸਕਦੇ ਹੋ। ਫਿਲਹਾਲ ਤੁਸੀਂ ਉੱਥੇ 골ਡਨ ਵੀਜ਼ਾ ਹਾਸਲ ਕਰਕੇ ਰਹਿ ਸਕਦੇ ਹੋ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਉੱਥੇ ਵੀ ਕੀਤੀ ਜਾ ਰਹੀ ਹੈ ਔਰ ਦੁਬਈ ਦੇ ਵਿੱਚ ਵੀ ਹੁਣ ਆਉਣ ਵਾਸਤੇ ਜਿਨ੍ਹਾਂ ਨੇ 골ਡਨ ਵੀਜ਼ਾ ਹਾਸਲ ਕਰਨਾ ਉਹਨਾਂ ਦੀ ਚੰਗੀ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਜਾਏਗੀ। ਇਸ ਤੋਂ ਬਾਅਦ ਇੱਕ 골ਡਨ ਵੀਜ਼ਾ ਦਿੱਤਾ ਜਾਏਗਾ। ਜੀ ਹਾਂ, ਹੁਣ ਗੱਲ ਕਰਦੇ ਹਾਂ ਜੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਕਸ ਨੀਤੀ ਬਾਰੇ। ਟੈਕਸ ਨੂੰ ਲੈ ਕੇ ਡੋਨਾਲਡ ਟਰੰਪ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਖਤ ਰਹੇ ਨੇ ਤੇ ਕੁਝ ਸਮੇਂ ਲਈ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ 90 ਦਿਨਾਂ ਦੇ ਲਈ, ਔਰ ਇਸ ਤੋਂ ਬਾਅਦ 9 ਜੁਲਾਈ ਨੂੰ ਇਹ ਸਮਾਂ ਪੂਰਾ ਹੋ ਰਿਹਾ ਹੈ। 9 ਜੁਲਾਈ ਤੋਂ ਬਾਅਦ ਇਹ ਟੈਰਿਫ ਦੁਬਾਰਾ ਤੋਂ ਦੇਸ਼ਾਂ ਦੇ ਉੱਤੇ ਲਗਾਏ ਜਾਣਗੇ, ਜਿਸ ਵਿੱਚ 100 ਤੋਂ ਵੀ ਵੱਧ ਦੇਸ਼ ਸ਼ਾਮਲ ਹੈ। ਇਸ ਨੂੰ ਲੈ ਕੇ ਡੋਨਾਲਡ ਟਰੰਪ ਨੇ ਕਈ ਦੇਸ਼ਾਂ ਨੂੰ ਪੱਤਰ ਵੀ ਭੇਜਣੇ ਸ਼ੁਰੂ ਕਰ ਦਿੱਤੇ ਨੇ, ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਉੱਤੇ ਕਿੰਨਾ ਟੈਕਸ ਲੱਗੇਗਾ ਤੇ ਅਮਰੀਕਾ ਦੇ ਨਾਲ ਤੁਸੀਂ ਕਿੰਨਾ ਵਪਾਰ ਕਰੋਗੇ, ਕਿੰਨਾ ਨਹੀਂ ਕਰੋਗੇ। ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੈਸੀਪ੍ਰੋਕਲ ਟੈਰਿਫ ਤੇ ਦਿੱਤੀ ਗਈ ਛੋਟ 9 ਜੁਲਾਈ 2025 ਨੂੰ ਖਤਮ ਹੋ ਰਹੀ ਹੈ। ਹੁਣ ਖਬਰ ਇਹ ਆ ਰਹੀ ਹੈ ਕਿ ਅਮਰੀਕਾ 1 ਅਗਸਤ 2025 ਤੋਂ ਲਗਭਗ 100 ਦੇਸ਼ਾਂ ਦੇ ਆਯਾਤ ਤੇ ਨਵਾਂ ਟਰੰਪ ਟੈਰਿਫ ਲਗਾਏਗਾ, ਜੋ 10% ਦਾ ਹੋਵੇਗਾ। ਅਧਿਕਾਰੀ ਇਸ ਨੂੰ ਵਿਸ਼ਵ ਵਪਾਰ ਨੀਤੀ ਦੇ ਵਿਆਪਕ ਰੀਸੈਟ ਵਜੋਂ ਵੇਖਦੇ ਹਨ। ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸਨ ਨੇ ਇਸ ਕਦਮ ਦੀ ਪੁਸ਼ਟੀ ਕੀਤੀ, ਇਹ ਸੰਕੇਤ ਦਿੰਦੇ ਹੋਏ ਕਿ ਬੇਸਲਾਈਨ ਟੈਰਿਫ ਵਿਆਪਕ ਤੌਰ ਤੇ ਉਹਨਾਂ ਦੇਸ਼ਾਂ ਤੇ ਵੀ ਲਾਗੂ ਹੋਵੇਗਾ ਜੋ ਇਸ ਸਮੇਂ ਵਾਸ਼ਿੰਗਟਨ ਨਾਲ ਗੱਲਬਾਤ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਭਾਰਤ ਵੀ ਇਸ ਟੈਰਿਫ ਨਾਲ ਪ੍ਰਭਾਵਿਤ ਹੋਵੇਗਾ। ਬੇਸਨ ਨੇ ਦੱਸਿਆ ਕਿ ਅਸੀਂ ਦੇਖਾਂਗੇ ਕਿ ਰਾਸ਼ਟਰਪਤੀ ਟਰੰਪ ਗੱਲਬਾਤ ਕਰਨ ਵਾਲਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ, ਕਿ ਉਹ ਗੱਲਬਾਤ ਕਰਨ ਵਾਲੇ ਦੇਸ਼ਾਂ ਤੋਂ ਖੁਸ਼ ਹੁੰਦੇ ਹਨ ਕਿ ਨਹੀਂ। ਇਹ ਡਿਪੈਂਡ ਕਰੇਗਾ ਕਿ ਦੂਸਰਾ ਦੇਸ਼ ਵੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ। ਉਹਨਾਂ ਦੇ ਵਿਵਹਾਰ ਤੋਂ ਬਾਅਦ ਇਹ ਤੈਅ ਕੀਤਾ ਜਾਏਗਾ ਕਿ ਉਹਨਾਂ ਤੇ ਟੈਕਸ ਕਿੰਨਾ ਲਗਾਇਆ ਜਾਏਗਾ, ਕਿੰਨਾ ਨਹੀਂ। ਇਸ ਦੇ ਨਾਲ ਬੇਸਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਲਗਭਗ 100 ਦੇਸ਼ਾਂ ਨੂੰ ਦੇਖਾਂਗੇ ਜਿਨ੍ਹਾਂ ਦੇ ਘੱਟੋ-ਘੱਟ 10% ਪਰਸਪਰ ਟੈਰਿਫ ਲੱਗੇਗਾ ਅਤੇ ਅਸੀਂ ਉੱਥੋਂ ਹੀ ਅੱਗੇ ਵਧਾਂਗੇ। ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਇਸ ਨੂੰ ਲਓ ਜਾਂ ਛੱਡੋ ਢਾਂਚੇ ਤਹਿਤ 12 ਦੇਸ਼ਾਂ ਨੂੰ ਨਵੇਂ ਟੈਰਿਫ ਪੱਧਰਾਂ ਦਾ ਵੇਰਵਾ ਦੇਣ ਵਾਲੇ ਪੱਤਰਾਂ ਤੇ ਦਸਤਖਤ ਕੀਤੇ ਹਨ। ਰਸਮੀ ਪ੍ਰਸਤਾਵ ਸੋਮਵਾਰ ਨੂੰ ਭੇਜੇ ਜਾਣ ਦੀ ਉਮੀਦ ਹੈ, ਜਦਕਿ ਉਹਨਾਂ ਨੇ ਸ਼ਾਮਲ ਦੇਸ਼ਾਂ ਦੇ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਸੂਚੀ ਵਿੱਚ ਭਾਰਤ, ਜਾਪਾਨ ਅਤੇ ਯੂਰੋਪੀਅਨ ਯੂਨੀਅਨ ਦੇ ਮੈਂਬਰ ਸ਼ਾਮਲ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟੈਰਿਫ ਅਮਰੀਕੀ ਨਿਰਯਾਤ ਲਈ ਵਧੇਰੇ ਅਨੁਕੂਲ ਵਪਾਰਕ ਸ਼ਰਤਾਂ ਨੂੰ ਅੱਗੇ ਵਧਾਉਣ ਲਈ ਤਿਆਰ ਕੀਤੇ ਗਏ ਹਨ, ਪਰ ਨੀਤੀ ਦੀ ਵਿਆਪਕ ਪਹੁੰਚ ਦੁਨੀਆ ਦੇ ਲਗਭਗ ਅੱਧੇ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਟਰੰਪ ਦੁਆਰਾ ਲਾਗੂ ਇਸ ਟੈਰਿਫ ਨਾਲ ਭਾਰਤ ਵੀ ਪ੍ਰਭਾਵਿਤ ਹੋਵੇਗਾ। ਭਾਰਤੀ ਵਸਤੂਆਂ ਤੇ 26% ਟੈਰਿਫ ਦੀ ਅਸਥਾਈ ਤੌਰ ਤੇ ਅਮਰੀਕਾ ਵੱਲੋਂ ਮੁਅੱਤਲੀ 9 ਜੁਲਾਈ ਨੂੰ ਖਤਮ ਹੋ ਰਹੀ ਹੈ। ਜੇਕਰ ਉਦੋਂ ਤੱਕ ਕੋਈ ਅੰਤਰਿਮ ਵਪਾਰ ਸਮਝੌਤਾ ਨਹੀਂ ਹੁੰਦਾ ਤਾਂ 1 ਅਗਸਤ ਤੋਂ ਭਾਰਤੀ ਨਿਰਯਾਤ ਉੱਚ ਦਰਾਂ ਨਾਲ ਪ੍ਰਭਾਵਿਤ ਹੋ ਸਕਦਾ ਹੈ। ਹਾਲ ਹੀ ਦੇ ਹਫ਼ਤਿਆਂ ਦੇ ਵਿੱਚ ਗੱਲਬਾਤ ਤੇਜ਼ ਹੋ ਗਈ ਹੈ। ਭਾਰਤੀ ਵਾਰਤਾਕਾਰ ਲੰਬੀ ਚਰਚਾ ਤੋਂ ਬਾਅਦ ਵਾਸ਼ਿੰਗਟਨ ਤੋਂ ਵਾਪਸ ਪਰਤ ਆਏ ਹਨ, ਪਰ ਕੋਈ ਸਮਝੌਤਾ ਨਹੀਂ ਹੋਇਆ। ਮੁੱਖ ਮੁੱਦਾ ਭਾਰਤ ਤੇ ਅਮਰੀਕਾ ਦਾ ਦਬਾਅ ਹੈ ਕਿ ਉਹ ਆਪਣੇ ਖੇਤੀਬਾੜੀ ਅਤੇ ਡੈਰੀ ਖੇਤਰਾਂ ਨੂੰ ਜੈਨੇਟਿਕ ਤੌਰ ਤੇ ਸੋਧੇ ਹੋਏ ਆਯਾਤ ਲਈ ਖੋਲੇ। ਭਾਰਤ ਆਪਣੇ ਹਿੱਸੇ ਲਈ ਆਪਣੇ ਕਿਰਤ ਆਧਾਰਿਤ ਨਿਰਯਾਤ ਜਿਵੇਂ ਕਿ ਟੈਕਸਟਾਈਲ, ਚਮੜਾ ਅਤੇ ਰਤਨ ਪੱਥਰਾਂ ਦੇ ਲਈ ਵਧੇਰੇ ਪਹੁੰਚ ਦੀ ਮੰਗ ਕਰ ਰਿਹਾ ਹੈ। ਅਮਰੀਕਾ ਨੇ ਹੁਣ ਤੱਕ ਭਾਰਤ ਸਮੇਤ ਕਿਸੇ ਵੀ ਦੇਸ਼ ਨੂੰ ਸਟੀਲ ਟੈਰਿਫ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਕਸ ਨੀਤੀਆਂ ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ਤੇ ਵੀ 10% ਵਾਧੂ ਟੈਰਿਫ ਲਗਾਉਣ ਦੀ ਸਖਤ ਚੇਤਾਵਨੀ ਦੇ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਇਸ ਬਾਰੇ ਜਾਣਕਾਰੀ ਦਿੱਤੀ। ਜੀ ਹਾਂ, ਬ੍ਰਿਕਸ ਦੇਸ਼ਾਂ ਨੂੰ ਲੈ ਕੇ ਵੀ ਹੁਣ ਟਰੰਪ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਬ੍ਰਿਕਸ ਦੇਸ਼ਾਂ ਦੇ ਵਿੱਚ ਅਮਰੀਕਾ ਦੇਸ਼ ਸ਼ਾਮਲ ਨਹੀਂ ਹੈ, ਪਰ ਬ੍ਰਿਕਸ ਦੇਸ਼ਾਂ ਦੇ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਅਮਰੀਕਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਟਰੰਪ ਨੂੰ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਦਿੱਕਤ ਹੈ, ਇਸ ਕਰਕੇ ਉਹਨਾਂ ਨੇ ਇਹਨਾਂ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨਾਂ ਨੇ ਪੋਸਟ ਕੀਤੀ ਹੈ। ਪੋਸਟ ਵਿੱਚ ਉਹਨਾਂ ਨੇ ਲਿਖਿਆ ਕਿ ਜੋ ਵੀ ਦੇਸ਼ ਬ੍ਰਿਕਸ ਦੀਆਂ ਅਮਰੀਕਾ ਵਿਰੋਧੀ ਨੀਤੀਆਂ ਨਾਲ ਜਾਂਦੇ ਹਨ, ਉਹਨਾਂ ਤੇ 10% ਵਾਧੂ ਟੈਰਿਫ ਲਗਾਇਆ ਜਾਵੇਗਾ। ਇਸ ਨੀਤੀ ਵਿੱਚ ਕੋਈ ਛੋਟ ਨਹੀਂ ਹੋਵੇਗੀ। ਬ੍ਰਿਕਸ ਵਿੱਚ ਭਾਰਤ, ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਇੰਡੋਨੇਸ਼ੀਆ, ਈਰਾਨ, ਮਿਸਰ, ਇਥੋਪੀਆ, UAE ਅਤੇ ਸਾਊਦੀ ਅਰਬ ਸ਼ਾਮਲ ਹਨ। ਟਰੰਪ ਦੀ ਇਹ ਚੇਤਾਵਨੀ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਭਾਰਤ ਬ੍ਰਿਕਸ ਦਾ ਹਿੱਸਾ ਹੈ ਅਤੇ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਕਸ ਸੰਮੇਲਨ ਵਿੱਚ ਭਾਗ ਲਿਆ ਸੀ। ਟਰੰਪ ਨੇ ਅਮਰੀਕਾ ਵਿਰੋਧੀ ਨੀਤੀਆਂ ਦੀ ਵਿਆਖਿਆ ਨਹੀਂ ਕੀਤੀ, ਪਰ ਸੰਕੇਤ ਦਿੱਤਾ ਕਿ ਬ੍ਰਿਕਸ ਦੇਸ਼ ਦੀਆਂ ਨੀਤੀਆਂ ਜਾਂ ਉਹਨਾਂ ਨਾਲ ਸਾਂਝ ਪਾਉਣ ਵਾਲੇ ਦੇਸ਼ ਅਮਰੀਕਾ ਦੇ ਵੱਲੋਂ ਵਾਧੂ ਟੈਰਿਫ ਦਾ ਸਾਹਮਣਾ ਕਰਨਗੇ। ਅਗਰ ਇਹ ਬ੍ਰਿਕਸ ਦੇਸ਼ ਦੇ ਵਿੱਚ ਕੋਈ ਵੀ ਅਮਰੀਕੀ ਵਿਰੋਧੀ ਨੀਤੀ ਹੁੰਦੀ ਹੈ ਤਾਂ ਟਰੰਪ ਉਹਨਾਂ ਦੇ ਉੱਤੇ ਇਹ ਟੈਕਸ ਲਗਾਏਗਾ। ਬ੍ਰਿਕਸ ਦੇਸ਼ਾਂ ਨੇ ਵੀ ਆਪਣੇ ਸੰਮੇਲਨ ਦੌਰਾਨ ਅਮਰੀਕਾ ਵੱਲੋਂ ਵਧਾਏ ਜਾ ਰਹੇ ਟੈਰਿਫ ਦੀ ਨਿੰਦਾ ਕੀਤੀ ਤੇ ਕਿਹਾ ਕਿ WTO ਨਿਯਮਾਂ ਦੇ ਇਹ ਬਿਲਕੁਲ ਉਲਟ ਹਨ ਅਤੇ ਵਿਸ਼ਵ ਵਪਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਭਾਰਤ ਅਮਰੀਕਾ ਵਿਚਕਾਰ ਵਪਾਰ ਗੱਲਬਾਤਾਂ ਚੱਲ ਰਹੀਆਂ ਹਨ, ਪਰ ਟਰੰਪ ਦੇ ਐਲਾਨ ਕਾਰਨ ਭਾਰਤ ਦੇ ਉਤਪਾਦਾਂ ਤੇ ਵਾਧੂ ਡਿਊਟੀ ਲੱਗਣ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤੀ ਨਿਰਯਾਤਕਾਂ ਤੇ ਵਪਾਰਕ ਹਿੱਤਾਂ ਨੂੰ ਨੁਕਸਾਨ ਹੋ ਸਕਦਾ ਹੈ। ਅਮਰੀਕਾ ਵੱਲੋਂ ਪਹਿਲਾਂ ਹੀ ਕੁਝ ਭਾਰਤੀ ਉਤਪਾਦਾਂ ਤੇ 10% ਮੂਲ ਡਿਊਟੀ ਲਾਗੂ ਹੈ ਤੇ 26% ਵਾਧੂ ਡਿਊਟੀ ਨੂੰ 90 ਦਿਨਾਂ ਲਈ ਮੁਲਤਵੀ ਕੀਤਾ ਗਿਆ ਸੀ। ਜੇਕਰ ਵਪਾਰਕ ਗੱਲਬਾਤ ਸਫਲ ਰਹੀ ਨਹੀਂ ਹੁੰਦੀ ਤਾਂ ਇਹ ਵਾਧੂ ਡਿਊਟੀ ਵੀ ਲਾਗੂ ਹੋ ਸਕਦੀ ਹੈ। ਟਰੰਪ ਨੇ ਕਿਹਾ ਕਿ 9 ਜੁਲਾਈ ਤੱਕ ਵਪਾਰਕ ਸਮਝੌਤਾ ਨਾ ਹੋਣ ਦੀ ਸਥਿਤੀ ਵਿੱਚ 1 ਅਗਸਤ ਤੋਂ ਵਧੇਰੇ ਟੈਰਿਫ ਲਾਗੂ ਹੋ ਜਾਣਗੇ। ਸੋ ਹੁਣ ਗੱਲ ਕਰਦੇ ਹਾਂ ਦੀ ਭਾਰਤ ਦੇ UPI ਦੀ। ਅੱਜ ਦਾ ਸਮਾਂ ਉਹ ਸਮਾਂ ਹੈ ਜਦੋਂ ਭਾਰਤ ਵਿੱਚ ਹਰ ਕੋਈ UPI ਦਾ ਇਸਤੇਮਾਲ ਕਰਦਾ ਹੈ। ਅੱਜ ਜਗ੍ਹਾ ਅਸੀਂ UPI ਦਾ ਇਸਤੇਮਾਲ ਛੋਟੀ ਤੋਂ ਛੋਟੀ ਰਕਮ ਅਦਾ ਕਰਨ ਵਾਸਤੇ ਵੀ ਕਰਦੇ ਹਾਂ, ਚਾਹੇ 1 ਰੁਪਏ ਕਿਉਂ ਨਾ ਹੋਵੇ। ਔਰ ਖਾਸ ਗੱਲ ਹੁਣ ਇਹ ਹੈ ਕਿ ਇਹ UPI ਵਿਦੇਸ਼ਾਂ ਦੇ ਵਿੱਚ ਵੀ ਚੱਲਣਾ ਸ਼ੁਰੂ ਹੋ ਚੁੱਕਿਆ ਹੈ, ਜਿਸ ਨਾਲ ਸਾਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ, ਕਿਉਂਕਿ UPI ਦਾ ਇਸਤੇਮਾਲ ਅਗਰ ਵਿਦੇਸ਼ਾਂ ਦੇ ਵਿੱਚ ਹੋਣਾ ਸ਼ੁਰੂ ਹੁੰਦਾ ਹੈ ਤਾਂ ਇਸ ਨਾਲ ਸਾਨੂੰ ਲੈਣ ਦੇਣ ਵਿੱਚ ਕਾਫੀ ਜ਼ਿਆਦਾ ਦਿੱਕਤ ਨਹੀਂ ਆਏਗੀ। ਸੋ ਕੁਝ ਐਸੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਹੁਣ UPI ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਵਿੱਚ ਘਰ ਬੈਠ ਕੇ ਹੀ ਤੁਸੀਂ ਪੇਮੈਂਟ ਕਰ ਸਕਦੇ ਹੋ। ਇਸ ਲਈ ਹੁਣ PM ਨੇ ਵਧਾਈ ਵੀ ਦਿੱਤੀ ਹੈ। ਜੀ ਹਾਂ, ਭਾਰਤ ਦਾ ਯੂਨੀਫਾਈਡ ਪੇਮੈਂਟ ਇੰਟਰਫੇਰੈਂਸ ਯਾਨੀ ਕਿ UPI ਹੁਣ ਸਿਰਫ ਦੇਸ਼ ਤੱਕ ਸੀਮਿਤ ਨਹੀਂ ਰਿਹਾ ਹੈ, ਸਗੋਂ ਪੂਰੀ ਦੁਨੀਆ ਦੇ ਵਿੱਚ ਆਪਣੀ ਛਾਪ ਛੱਡ ਰਿਹਾ ਹੈ। ਹੁਣ ਕੈਰੇਬੀਅਨ ਦੇਸ਼ ਤ੍ਰਿਨੀਦਾਦ ਅਤੇ ਟੋਬੈਗੋ ਵੀ ਇਸ ਡਿਜੀਟਲ ਕ੍ਰਾਂਤੀ ਵਿੱਚ ਸ਼ਾਮਲ ਹੋ ਗਏ ਹਨ। ਜੀ ਹਾਂ, ਇਹ ਪਹਿਲਾ ਕੈਰੇਬੀਅਨ ਦੇਸ਼ ਬਣ ਗਿਆ ਹੈ ਜਿੱਥੇ ਭਾਰਤ ਦਾ ਭੀਮ ਐਪ ਅਤੇ UPI ਸਿਸਟਮ ਲਾਂਚ ਕੀਤਾ ਗਿਆ। ਤ੍ਰਿਨੀਦਾਦ ਅਤੇ ਟੋਬੈਗੋ ਦੇ ਨਾਲ ਹੁਣ ਦੁਨੀਆ ਦੇ ਕੁੱਲ 8 ਦੇਸ਼ UPI ਦੀ ਵਰਤੋਂ ਕਰ ਰਹੇ ਹਨ। ਇਹ ਵੀ ਦੱਸਾਂਗੇ ਕਿ ਇਹ 8 ਦੇਸ਼ ਕਿਹੜੇ ਨੇ। ਪਰ ਇਸ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਡਿਜੀਟਲ ਸਾਂਝੇਦਾਰੀ ਲਈ ਤ੍ਰਿਨੀਦਾਦ ਅਤੇ ਟੋਬੈਗੋ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ 3-4 ਜੁਲਾਈ ਨੂੰ ਤ੍ਰਿਨੀਦਾਦ ਅਤੇ ਟੋਬੈਗੋ ਦੇ ਦੌਰੇ ਤੇ ਸਨ। ਇਸ ਦੌਰਾਨ ਦੋਵਾਂ ਦੇਸ਼ਾਂ ਨੇ ਡਿਜੀਟਲ ਟੈਕਨੋਲੋਜੀ ਅਤੇ ਸਹਿਯੋਗ ਸੰਬੰਧੀ ਕਈ ਮਹੱਤਵਪੂਰਨ ਸਮਝੌਤੇ ਵੀ ਕੀਤੇ। ਇਸ ਵਿੱਚ ਡਿਜੀਲੋਕਰ, E-ਸਾਈਨ ਅਤੇ ਸਰਕਾਰੀ E-ਮਾਰਕੀਟਪਲੇਸ ਵਰਗੇ ਭਾਰਤੀ ਡਿਜੀਟਲ ਪਲੇਟਫਾਰਮ ਨੂੰ ਉੱਥੇ ਲਾਗੂ ਕਰਨ ਬਾਰੇ ਵੀ ਗੱਲਬਾਤ ਕੀਤੀ ਗਈ। ਸੋ ਹੁਣ ਤੁਹਾਨੂੰ ਦੱਸਦੀ ਹਾਂ ਕਿ ਉਹ ਕਿਹੜੇ 8 ਦੇਸ਼ ਨੇ ਜਿਨ੍ਹਾਂ ਦੇ ਵਿੱਚ ਸਾਡਾ ਭਾਰਤੀ UPI ਚੱਲ ਰਿਹਾ ਹੈ। ਸਭ ਤੋਂ ਪਹਿਲਾਂ ਆਉਂਦਾ ਹੈ ਫਰਾਂਸ। UPI 2024 ਵਿੱਚ ਲਾਂਚ ਕੀਤਾ ਗਿਆ। ਫਰਾਂਸ 'ਚ ਆਈਫਲ ਟਾਵਰ ਤੇ ਟਿਕਟਾਂ ਖਰੀਦਣ ਲਈ ਵਰਤਿਆ ਜਾਂਦਾ ਸੀਗਾ। ਦੈਨ ਆਉਂਦਾ ਹੈ ਸੰਯੁਕਤ ਅਰਬ ਅਮੀਰਾਤ ਯਾਨੀ UAE। 2021 ਵਿੱਚ ਇਹ ਲਾਂਚ ਕੀਤਾ ਗਿਆ। ਦੁਬਈ ਮਾਲ ਅਤੇ ਹੋਰ ਸਟੋਰਾਂ ਤੇ QR ਕੋਡ ਰਾਹੀਂ ਇਸ ਦਾ ਭੁਗਤਾਨ ਕੀਤਾ ਗਿਆ। ਦੈਨ ਆਉਂਦਾ ਹੈ ਭੂਟਾਨ, ਪਹਿਲਾ ਗੁਆਂਢੀ ਦੇਸ਼। 2021 ਵਿੱਚ ਭੀਮ ਐਪ ਨਾਲ ਲੈਣ ਦੇਣ ਸ਼ੁਰੂ ਹੋਇਆ। ਦੈਨ ਨੇਪਾਲ ਦੀ ਵਾਰੀ ਆਉਂਦੀ ਹੈ। ਨੇਪਾਲ ਵੀ ਭਾਰਤ ਅਤੇ ਨੇਪਾਲ ਦੇ ਵਿਚਕਾਰ ਸਰਹੱਦ ਪਾਰ ਭੁਗਤਾਨ 2024 ਵਿੱਚ ਸ਼ੁਰੂ ਹੋਇਆ। ਦੈਨ ਮੌਰੀਸ਼ੀਅਸ। UPI ਅਤੇ ਰੂਪੇ ਕਾਰਡ 2024 ਵਿੱਚ ਲਾਂਚ ਹੋਇਆ ਇੱਥੇ ਅਤੇ ਰੂਪੇ ਕਾਰਡ ਨੂੰ ਸਥਾਨਕ ਕਾਰਡ ਵਜੋਂ ਮਾਨਤਾ ਪ੍ਰਾਪਤ ਹੋਈ। ਫਿਰ ਆਉਂਦਾ ਸ਼੍ਰੀਲੰਕਾ। ਸ਼੍ਰੀਲੰਕਾ ਵੀ 2024 ਵਿੱਚ ਲਾਂਚ ਹੋਇਆ। ਭਾਰਤ ਸ਼੍ਰੀਲੰਕਾ ਸੰਬੰਧਾਂ ਨੂੰ ਮਜ਼ਬੂਤੀ ਮਿਲੀ। ਦੈਨ ਸਿੰਗਾਪੁਰ। UPI ਸੇਵਾ 2023 ਵਿੱਚ ਇੱਥੇ ਸ਼ੁਰੂ ਹੋਈ। QR ਕੋਡ ਰਾਹੀਂ ਪ੍ਰਚੂਨ ਅਤੇ ਸੈਰ ਸਪਾਟਾ ਸਥਾਨਾਂ ਤੇ ਭੁਗਤਾਨ ਹੋਇਆ। ਤ੍ਰਿਨੀਦਾਦ ਅਤੇ ਟੋਬੈਗੋ 2024 ਦੇ ਵਿੱਚ ਭੀਮ ਐਪ ਨਾਲ ਲੈਣ ਦੇਣ ਸੰਭਵ ਹੋਇਆ। ਪਹਿਲਾ ਕੈਰੇਬੀਅਨ ਦੇਸ਼ ਹੈ ਜਿੱਥੇ ਭਾਰਤੀ UPI ਦਾ ਵਿਸਤਾਰ ਹੋਇਆ ਹੈ।
ਆਖਿਰ ਯੂਪੀਆਈ ਹੈ ਕੀ ਹੈ? ਵੈਸੇ ਤਾਂ ਆਪਾਂ ਸਭ ਜਾਣਦੇ ਹਾਂ ਕਿ ਯੂਪੀਆਈ ਇੱਕ ਉਹ ਪਲੇਟਫਾਰਮ ਹੈ ਜੋ ਸਾਨੂੰ ਪੈਸੇ ਦੇ ਲੈਣ ਦੇਣ ਵਿੱਚ ਮਦਦ ਕਰਦਾ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇरेंस ਹੈ। ਭਾਰਤ ਦਾ ਰੀਅਲ ਟਾਈਮ डिजिटल भुगतान प्रणाली है जो कि नेशनल पेमेंट्स कॉर्पोरेशन ऑफ इंडिया यानी NPCI द्वारा विकसित की गई है। इसकी मदद नाल लोग भीम, गूगल पे, फोन पे, पेटीएम वर्गे मोबाइल ऐपां राही किसी भी समय किते भी पैसे ट्रांसफर कर सकते हैं ਜਾਂ ਭੁਗਤਾਨ ਕਰ ਸਕਦੇ ਹਨ। ਇਸ ਵਿੱਚ ਤੁਸੀਂ ਸਿਰਫ QR ਕੋਡ, ਮੋਬਾਈਲ ਨੰਬਰ ਜਾਂ UPI ID ਦੀ ਮਦਦ ਨਾਲ ਹੀ ਲੈਣ ਦੇਣ ਕਰ ਸਕਦੇ ਹੋ, ਉਹ ਵੀ ਬੈਂਕ ਵੇਰਵੇ ਦਰਜ ਕੀਤੇ ਬਿਨਾਂ। ਸੋ ਇਹ ਸਹੂਲਤ ਕਾਫੀ ਜ਼ਿਆਦਾ ਵਧੀਆ ਹੈ ਜਿਸ ਨਾਲ ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਸਿਆਸੀ ਪ੍ਰੋਗਰਾਮ ਖਬਰਨਾਮਾ ਵਿੱਚ ਕੁਝ ਖਾਸ ਅਪਡੇਟਸ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਹੋਰ ਅਪਡੇਟਸ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹਿਣਾ ਸਾਡੇ ਚੈਨਲ ਪੰਜਾਬ ਮਿਲੀ USA TV ਦੇ ਨਾਲ। ਮੈਨੂੰ ਦਿਓ ਇਜਾਜ਼ਤ ਔਰ ਸਭ ਦਾ ਬਹੁਤ ਬਹੁਤ ਧੰਨਵਾਦ।